ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ। ਲੰਘੇ ਕੱਲ੍ਹ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਸੋਹਣੀ ਧੁੱਪ ਨਿਕਲੀ ਦਿਨ ਦੇ ਵੇਲੇ, ਪਰ ਰਾਤ ਤੇ ਸਵੇਰ ਦੇ ਵੇਲੇ ਠੰਡ ਚੋਖੀ ਸੀ। ਪੰਜਾਬ ਦੇ ਵਿੱਚ ਕਈ ਥਾਵਾਂ ਤੇ ਹਵਾ ਵੀ ਚੱਲੀ ਗਈ ਹੈ। ਮੌਸਮ ਵਿਭਾਗ ਦਾ ਇਹ ਕਹਿਣਾ ਕਿ ਅੱਜ ਤੇ ਭਲਕ 2 ਦਿਨ ਪੰਜਾਬ ਦੇ ਵਿੱਚ ਸੰਘਣੀ ਧੁੰਦ ਪੈਣੀ ਆ। ਪੰਜਾਬ ਦੇ ਵਿੱਚ ਕਣੀਆਂ ਪੈਣ ਦੀ ਸੰਭਾਵਨਾ ਵੀ ਪ੍ਰਗਟਾਈ ਗਈ ਹੈ ਤੇ ਜੇਕਰ ਕਣੀਆਂ ਪੈ ਜਾਂਦੀਆਂ ਤੇ ਜੇਕਰ 2 ਦਿਨ ਸੂਰਜ ਦੀ ਟਿੱਕੀ ਨਾ ਦਿਸੀ ਤਾਂ ਪੰਜਾਬ ਦੇ ਵਿੱਚ ਠੰਡ ਇੱਕਦਮ ਫੇਰ ਵਧੂਗੀ। ਸੋ ਕਹਿਣ ਦਾ ਭਾਵ ਇਹ ਹੈ ਕਿ ਮੌਸਮ 'ਚ ਕਹਾਣੀ ਜੀ ਦੇ ਰਿਹਾ, ਕਦੇ ਧੁੰਦ ਬਹੁਤ, ਕਦੇ ਧੁੱਪ ਸੋਹਣੀ, ਕਦੇ ਮੀਂਹ ਦੀ ਖਬਰ, ਕਦੇ ਕੋਈ ਖਬਰ। ਯਾਨੀ ਕਿ ਮੌਸਮ ਵੀ ਥਾਲੀ 'ਚ ਪਏ ਪਾਣੀ ਵਰਗਾ ਬਣਿਆ ਪਿਆ, ਜਿਵੇਂ ਪਾਣੀ ਕਦੇ ਇੱਧਰ ਨੂੰ, ਕਦੇ ਇੱਧਰ ਨੂੰ, ਕਦੇ ਇੱਧਰ ਨੂੰ ਹੁੰਦਾ। ਮੌਸਮ ਦਾ ਕੋਈ ਪਤਾ ਨਹੀਂ ਵੀ ਕਦੇ ਇੱਧਰ ਨੂੰ ਤੇ ਕਦੇ ਇੱਧਰ ਨੂੰ, ਕਦੇ ਕਿਹੜੇ ਪਾਸੇ ਤੇ ਕਦੇ ਕਿਹੜੇ ਪਾਸੇ। ਪਰ ਆਈ ਬਸੰਤ ਤੇ ਪਾਲਾ ਉਡੰਤ। ਹੁਣ ਤੱਕ ਇਹ ਪੜ੍ਹਦੇ ਰਹੇ ਹਾਂ, ਬਸੰਤ ਲੰਘ ਚੁੱਕੀ ਹੈ। ਸੋ ਇਸ ਕਰਕੇ ਹੁਣ ਠੰਡ ਘਟਦੇ ਕਰਮ ਦੇ ਵੱਲ ਹੀ ਜਾਊਗੀ। ਜੇਕਰ 2 4 5 ਦਿਨ ਹੋਰ ਵੀ ਪੈ ਜਾਂਦੀ ਹੈ ਤਾਂ ਜੇਕਰ 4 ਧੁੱਪਾਂ ਸੋਹਣੀਆਂ ਲੱਗ ਗਈਆਂ ਤੇ ਉਸ ਤੋਂ ਬਾਅਦ ਠੰਡ ਘਟਦੀ ਦਾ ਅਹਿਸਾਸ ਹੋਣਾ ਸ਼ੁਰੂ ਹੋ ਜਾਣਾ। ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈਗੀ ਹੈ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨਾਲ ਸੰਬੰਧਿਤ। ਪੰਜਾਬ ਦੇ ਵਿੱਚ ਹਰ ਰੋਜ਼ ਕੁਝ ਨਾ ਕੁਝ ਨਵਾਂ ਹੋ ਰਿਹਾ। ਲੰਘੇ ਕੱਲ੍ਹ ਜਿਸ ਤਰੀਕੇ ਦੇ ਨਾਲ ਗੁਰਮੀਤ ਰਾਮ ਰਹੀਮ ਦੇ ਮੁਤਲਕ ਖਬਰ ਆਈ, ਪਰਸੋਂ ਜਿਸ ਤਰੀਕੇ ਦੇ ਨਾਲ ਚੰਨੀ ਸਾਹਿਬ ਨੂੰ ਸੀਐਮ ਚਿਹਰਾ ਬਣਾ ਦਿੱਤਾ ਗਿਆ ਕਾਂਗਰਸ ਦੇ ਵੱਲੋਂ, ਜਿਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਨੂੰ 2-2.5 ਘੰਟੇ ਲਗਾਤਾਰ ਮਨਾਉਣ ਦੀਆਂ ਕੋਸ਼ਿਸ਼ਾਂ ਹੋਈਆਂ। ਲੰਘੇ ਕੱਲ੍ਹ ਜਿਸ ਤਰੀਕੇ ਨਾਲ ਬਿਕਰਮ ਸਿੰਘ ਮਜੀਠੀਆ ਨੇ ਇਹ ਗੱਲ ਕਹੀ ਹੈ ਕਿ ਰਾਹੁਲ ਗਾਂਧੀ ਨੇ ਐਤਕੀ ਨਵਜੋਤ ਸਿੰਘ ਸਿੱਧੂ ਨੂੰ ਪੱਪੂ ਬਣਾ ਕੇ ਰੱਖ ਦਿੱਤਾ ਹੈ। ਕਹਿਣ ਦਾ ਭਾਵ ਇਹ ਹੈ ਜੀ ਕਿ ਹਰ ਰੋਜ਼ ਕੁਝ ਨਾ ਕੁਝ ਇਹੋ ਜਿਹਾ ਹੋ ਰਿਹਾ, ਵਾਪਰ ਰਿਹਾ, ਕੀਤਾ ਕਰਾਇਆ ਜਾ ਰਿਹਾ, ਜਿਹਦੇ ਉੱਤੇ ਆਮ ਸੂਝਵਾਨ ਨਾਗਰਿਕ ਆ, ਜਿਹੜਾ ਸੂਝਵਾਨ ਪੰਜਾਬੀ ਆ, ਸਿਰ ਤੋਂ ਕੰਮ ਲੈਣ ਵਾਲਾ, ਉਹ ਇਹ ਸੋਚਣ ਵਾਸਤੇ ਮਜਬੂਰ ਹੋ ਜਾਂਦਾ ਕਿ ਭਾਈ ਇਸ ਸਭ ਕੁਝ ਦੇ ਵਿੱਚ ਪੰਜਾਬ ਦਾ ਭਲਾ ਕਿੱਥੇ ਜੇ ਲੁਕਿਆ ਹੋਇਆ। ਹਰ ਨੇਤਾ ਇਹ ਗੱਲ ਕਹਿ ਰਿਹਾ ਕਿ ਸਾਨੂੰ ਵੋਟ ਪਾਓ, ਹਰ ਨੇਤਾ ਇਹ ਗੱਲ ਕਹਿ ਰਿਹਾ ਸਾਡੀ ਪਾਰਟੀ ਦੀ ਸਰਕਾਰ ਲੈ ਕੇ ਆਓ, ਤੇ ਲੋਕ ਵੀ ਇਸੇ ਰੰਗ ਦੇ ਵਿੱਚ ਰੰਗੇ ਹੋਏ ਆ। ਪਰ ਕਿੰਨੇ ਫੀਸਦੀ ਪੰਜਾਬੀ ਇਸ ਵਕਤ ਇਹੋ ਜਿਹੇ ਆ ਜਿਹੜੇ ਮੁੱਦਿਆਂ ਦੀ ਗੱਲ ਕਰਦੇ ਹੋਣ? ਕੁਝ ਕੁ ਲੋਕ ਹਨ, ਪਰ ਹੁਣ ਇਸ ਵਕਤ ਚੋਣ ਬੁਖਾਰ ਦੇ ਵਿੱਚ ਕੋਈ ਕਹਿ ਰਿਹਾ ਫਲਾਣਾ ਜਿੱਤੂ, ਕੋਈ ਕਹਿ ਰਿਹਾ ਫਲਾਣਾ ਜਿੱਤੂ, ਕੋਈ ਕਹਿੰਦਾ ਇਹਦੀ ਜ਼ਮਾਨਤ ਜ਼ਬਤ ਹੋ ਜਾਣੀ ਆ, ਕੋਈ ਕਹਿੰਦਾ ਇਹਦੀ ਪਿੱਠ ਲਵਾ ਦੇਣੀ ਆ। ਸਵਾਦ ਜੇ ਆ ਰਹੇ ਲੋਕਾਂ ਨੂੰ ਆਹ ਗੱਲਾਂ ਕਰ ਕਰਕੇ। ਪਰ ਪੰਜਾਬ ਦੇ ਮੁੱਦੇ ਕਿੱਥੇ ਆ? ਪੰਜਾਬ ਦੇ ਅਸਲ ਵਿਕਾਸ ਦੀ ਕਹਾਣੀ ਕਿੱਥੇ ਆ? ਜੋ ਪੰਜਾਬ ਦੇ ਲੋਕਾਂ ਨੇ ਪੌਣੇ 5 ਸਾਲ ਆਪਦੇ ਪਿੰਡੇ ਦੇ ਉੱਤੇ ਸੰਤਾਪ ਹੰਢਾਇਆ, ਉਹਦੀ ਯਾਦ ਕਿੱਥੇ ਆ? ਸੋ ਸਾਰਾ ਕੁਝ ਵਿਸਰਦਾ ਜਾ ਰਿਹਾ। ਨਾ ਕੋਈ ਨੇਤਾ ਇਹ ਗੱਲ ਕਹਿੰਦਾ ਵੀ ਸਾਨੂੰ ਜੇਕਰ ਮੌਕਾ ਮਿਲ ਗਿਆ ਅਸੀਂ ਪਹਿਲੇ ਮਹੀਨੇ ਦੇ ਵਿੱਚ ਹੀ ਆਹ ਕੰਮ ਕਰਕੇ ਦਿਖਾ ਦਿਆਂਗੇ, 6 ਮਹੀਨਿਆਂ 'ਚ ਅਸੀਂ ਆਹ ਕੰਮ ਕਰ ਦਿਆਂਗੇ, ਪਹਿਲੇ ਵਰ੍ਹੇ ਦੇ ਵਿੱਚ ਅਸੀਂ ਆਹ ਕੰਮ ਕਰ ਦਿਆਂਗੇ ਤੇ 2 ਵਰ੍ਹਿਆਂ ਦੇ ਵਿੱਚ ਆਹ ਕੰਮ ਕਰ ਦਿਆਂਗੇ। ਤੇ ਨਾ ਹੀ ਲੋਕ ਜਦੋਂ ਨੇਤਾ ਪਿੰਡ ਦੇ ਵਿੱਚ, ਕਸਬੇ ਦੇ ਵਿੱਚ, ਮੁਹੱਲੇ 'ਚ, ਗਲੀ 'ਚ ਆਉਂਦੇ ਆ ਵੋਟਾਂ ਮੰਗਣ ਦੇ ਲਈ, ਉਹ ਸਵਾਲ ਕਰਦੇ ਆ ਵੀ ਭਾਈ ਵਾਅਦੇ ਤਾਂ ਕਰ ਚੱਲੇ ਹੋ, ਪਰ ਕਿੰਨੇ ਸਮੇਂ ਦੇ ਵਿੱਚ ਤੁਸੀਂ ਇਹ ਵਾਅਦੇ ਪੂਰੇ ਕਰੋਗੇ? ਤੇ ਮੇਰੀ ਹੱਥ ਜੋੜ ਕੇ ਸਮੂਹ ਪੰਜਾਬੀਆਂ ਨੂੰ ਬੇਨਤੀ ਹੈ, ਆਪਣੇ ਹਲਕੇ ਦੇ ਵਿੱਚ ਆਏ ਹੋਏ ਹਰ ਨੇਤਾ ਨੂੰ ਸਵਾਲ ਕਰੋ, ਤਹਿਜ਼ੀਬ ਦੇ ਨਾਲ, ਤਰਕ ਦੇ ਨਾਲ, ਤੱਥਾਂ ਦੇ ਨਾਲ ਤੇ ਮਰਿਆਦਾ ਦੇ ਨਾਲ। ਕੋਈ ਖਿੱਚਧੂ ਨਹੀਂ ਕਰਨੀ, ਕੋਈ ਮਾੜੀ ਚੰਗੀ ਸ਼ਬਦਾਵਲੀ ਨਹੀਂ ਵਰਤਣੀ। ਤੁਹਾਡੇ ਸਵਾਲ ਆਰੀ ਵਰਗੇ ਤਿੱਖੇ ਹੋਣੇ ਚਾਹੀਦੇ ਆ ਤਾਂ ਜੋ ਉੱਤਰ ਜੇਕਰ ਮਿਲਦਾ ਸੰਤੁਸ਼ਟੀਜਨਕ ਵੋਟਾਂ ਪੈ ਸਕਣ। ਨਹੀਂ ਤਾਂ ਬਿਲਕੁਲ ਨਾ ਪਾਓ ਉਸ ਨੇਤਾ ਨੂੰ, ਪਰ ਸਵਾਲ ਜ਼ਰੂਰ ਕਰੋ। ਇਹ ਪੁੱਛੋ ਕਿ ਜਿਹੜੇ ਜਨਾਬ ਜੀ ਵਾਅਦੇ ਕਰਕੇ ਗਏ ਹੋ ਉਹ ਕਦੋਂ ਕੁ ਪੂਰੇ ਹੋ ਜਾਣਗੇ? ਤੇ ਜੇਕਰ ਤੁਸੀਂ ਪਹਿਲਾਂ ਵੀ ਜਿੱਤੇ ਸੀ ਤਾਂ ਤੁਸੀਂ ਕੀਤਾ ਕੀ ਹੈ ਸਾਡੇ ਹਲਕੇ ਦੇ ਲਈ, ਸਾਡੇ ਪਿੰਡ ਦੇ ਲਈ, ਸਾਡੀ ਗਲੀ ਦੇ ਲਈ, ਸਾਡੇ ਮੁਹੱਲੇ ਦੇ ਲਈ? ਤੇ ਜੇਕਰ ਉਹਨੇ ਕੁਛ ਨਹੀਂ ਕੀਤਾ ਤਾਂ ਉਹਨੂੰ ਸਤਿ ਸ੍ਰੀ ਅਕਾਲ ਕਰਕੇ ਤੇ ਵਾਪਸ ਭੇਜ ਦਿਓ, ਬੇਨਤੀ ਹੈ। ਨਹੀਂ ਤਾਂ ਗੋਡਿਆਂ ਦੇ ਵਿੱਚ ਸਿਰ ਦੇ ਕੇ ਰੋਗੇ ਇੱਕ ਵਾਰ ਫੇਰ, ਜੇਕਰ ਐਤਕੀ ਇਹਨਾਂ ਗੱਲਾਂ ਨੂੰ ਨਾ ਸਮਝ ਸਕੇ ਤਾਂ। ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਇਹੀ ਹੈ ਕਿ ਗੁਰਮੀਤ ਰਾਮ ਰਹੀਮ ਜੇਲੋਂ ਬਾਹਰ ਆ। ਜੇਲ੍ਹ ਦੇ ਵਿੱਚੋਂ ਫਰਲੋ ਮਿਲ ਗਈ, 21 ਦਿਨ ਦੇ ਲਈ ਬਾਹਰ। 12 ਦਿਨ ਰਹਿ ਗਏ ਪੰਜਾਬ ਦੇ ਵਿੱਚ ਵੋਟਾਂ ਪੈਣ ਦੇ ਵਿੱਚ, 2 ਹਫ਼ਤੇ ਪੂਰੇ ਨਹੀਂ। ਯਾਨੀ ਕਿ ਵੋਟਾਂ ਤੋਂ ਬਾਅਦ ਵੀ ਗੁਰਮੀਤ ਰਾਮ ਰਹੀਮ ਨੇ ਹਫ਼ਤਾ ਖੰਡ ਬਾਹਰ ਲਾ ਕੇ ਜਾਣਾ। ਗੁਰੂਗ੍ਰਾਮ ਦੇ ਆਲੀਸ਼ਾਨ ਬੰਗਲੇ ਦੇ ਵਿੱਚ ਗੁਰਮੀਤ ਰਾਮ ਰਹੀਮ ਪਹੁੰਚ ਚੁੱਕਿਆ, ਸਿਰਸੇ ਨਹੀਂ ਗਿਆ। ਸੋ ਗੁਰਮੀਤ ਰਾਮ ਰਹੀਮ ਨੂੰ ਇਸ ਮੌਕੇ ਦੇ ਉੱਤੇ ਫਰਲੋ ਮਿਲਣ ਦੇ ਉੱਤੇ ਬੜੇ ਸਵਾਲ ਖੜੇ ਹੋ ਰਹੇ ਆ। ਬੀਜੇਪੀ ਦੇ ਨੇਤਾ ਇਹ ਗੱਲ ਕਹਿੰਦੇ ਕਿ ਨਹੀਂ, ਇਹ ਇੱਕ ਪ੍ਰਕਿਰਿਆ ਦਾ ਹਿੱਸਾ। ਜਦੋਂ 3 ਸਾਲ ਕਿਸੇ ਕੈਦੀ ਨੂੰ ਅੰਦਰ ਹੋ ਜਾਣ ਤਾਂ ਨਿਯਮਾਂ ਦੇ ਮੁਤਾਬਕ ਉਹਨੂੰ ਇਸ ਤਰੀਕੇ ਦੀ ਇਜਾਜ਼ਤ ਮਿਲ ਸਕਦੀ ਹੈ ਜੇਲੋਂ ਬਾਹਰ ਜਾਣ ਦੀ। 8 ਮਹੀਨੇ ਦੇ ਵਿੱਚ ਦੂਜੀ ਵਾਰ ਗੁਰਮੀਤ ਰਾਮ ਰਹੀਮ ਜੇਲੋਂ ਬਾਹਰ ਆਇਆ, ਪਰ 17 ਦੇ ਵਿੱਚ ਉਹਨੂੰ ਜੇਲ੍ਹ ਦੀ ਸਜ਼ਾ ਹੋਈ ਸੀ। 17 ਤੋਂ ਬਾਅਦ ਹੁਣ ਤੱਕ ਪਹਿਲੀ ਵਾਰ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ। ਪਰ ਇਸ ਕੜੀ ਦੇ ਨਾਲ ਤੁਸੀਂ ਪਿਛਲੀਆਂ ਖਬਰਾਂ ਜੋੜ ਕੇ ਦੇਖੋ। ਅਸੀਂ ਕੁਝ ਮਹੀਨੇ ਪਹਿਲਾਂ ਖਬਰ ਸਾਂਝੀ ਕੀਤੀ ਸੀ ਕਿ ਬੀਜੇਪੀ ਦੇ ਪੰਜਾਬ ਦੇ ਇੱਕ ਨੇਤਾ ਨੇ ਕਿਹਾ ਜੀ ਕਿ ਮੈਂ ਗੁਰਮੀਤ ਰਾਮ ਰਹੀਮ ਦਾ ਪੈਰੋਕਾਰ ਹਾਂ, ਮੈਂ ਡੇਰੇ ਵਿੱਚ ਜਾਂਦਾ ਸਾਂ, ਹਾਂ ਤੇ ਰਹਾਂਗਾ। ਉਹ ਸੰਤ ਜੀ ਨੇ
ਇਸ ਤੋਂ ਇਲਾਵਾ ਕੁਝ ਕੁ ਹੋਰ ਨੇਤਾਵਾਂ ਨੇ ਵੀ ਇਹ ਗੱਲ ਕਹੀ। ਪਿਛਲੇ ਕੁਝ ਕੁ ਹਫ਼ਤਿਆਂ ਦੇ ਵਿੱਚ ਡੇਰਾ ਸਿਰਸਾ ਦੇ ਪ੍ਰੇਮੀਆਂ ਦੇ ਵੱਲੋਂ ਸ਼ਕਤੀ ਪ੍ਰਦਰਸ਼ਨ ਵੀ ਕੀਤਾ ਗਿਆ। ਉਹਨਾਂ ਨੇ ਆਪਣੀ ਆਸਥਾ ਪ੍ਰਗਟਾਈ ਹੈ, ਉਹਨਾਂ ਨੇ ਆਪਣੀ ਸ਼ਰਧਾ ਪ੍ਰਗਟਾਈ ਹੈ, ਅਤੇ ਅਸੀਂ ਉਹਨਾਂ ਦੀ ਸ਼ਰਧਾ ਦੇ ਉੱਤੇ ਕੋਈ ਕਿੰਤੂ ਨਹੀਂ ਕਰਦੇ। ਹਰ ਬੰਦੇ ਦੇ ਮਨ ਦੀ ਮੌਜ ਆ, ਉਹਨੇ ਕਿਹੜੇ ਧਰਮ ਵੱਲ ਜਾਣਾ, ਕਿਹੜੇ ਧਾਰਮਿਕ ਸਥਾਨ ਵੱਲ ਜਾਣਾ ਜਾਂ ਡੇਰੇ ਵੱਲ ਜਾਣਾ, ਇਹਦੇ ਉੱਤੇ ਕੋਈ ਕਿੰਤੂ ਨਹੀਂ ਆ। ਪਰ ਇਹ ਟਾਈਮਿੰਗ ਦੇ ਉੱਤੇ ਸਵਾਲ ਉੱਠ ਰਿਹਾ ਕਿ ਟਾਈਮਿੰਗ ਕਿਹੜੀ ਇਸ ਵੇਲੇ ਚੱਲ ਰਹੀ। ਕੀ ਇਹ ਟਾਈਮਿੰਗ ਬੀਜੇਪੀ ਦੇ ਵੱਲੋਂ ਚੁਣ ਕੇ ਰੱਖੀ ਗਈ ਹੈ? ਕੀ ਇਹਦੇ ਨਾਲ ਬੀਜੇਪੀ ਨੂੰ ਲਾਭ ਹੋਊਗਾ ਗੁਰਮੀਤ ਰਾਮ ਰਹੀਮ ਦੇ ਬਾਹਰ ਆਉਣ ਦੇ ਨਾਲ? ਕੀ ਬੀਜੇਪੀ ਇਹਦਾ ਚੋਣਾਂ ਦੇ ਵਿੱਚ ਲਾਹਾ ਲੈਣਾ ਚਾਹੁੰਦੀ ਹੈ? ਇਹਦੇ ਉੱਤੇ ਸਵਾਲ ਉੱਠ ਰਹੇ ਆ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਗੁਰਮੀਤ ਰਾਮ ਰਹੀਮ ਦੀ ਫਰਲੋ ਦੇ ਉੱਤੇ ਸਵਾਲ ਚੁੱਕੇ ਗਏ ਆ। ਹਰਜਿੰਦਰ ਸਿੰਘ ਧਾਮੀ ਜਿਹੜੇ ਕਿ SGPC ਦੇ ਪ੍ਰਧਾਨ ਆ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਬੰਦੀ ਸਿੰਘ ਤਾਂ ਹਾਲੇ ਤੱਕ ਸਰਕਾਰ ਰਿਹਾ ਨਹੀਂ ਕਰ ਸਕੀ, ਤੇ ਜਿਨ੍ਹਾਂ ਦੇ ਉੱਤੇ ਇੰਨੇ ਗੰਭੀਰ ਦੋਸ਼ਾਂ ਦੇ ਤਹਿਤ ਪਰਚੇ ਦਰਜ, ਸਜ਼ਾਵਾਂ ਹੋਈਆਂ 20-20 ਵਰ੍ਹਿਆਂ ਦੀਆਂ, ਤੇ ਉਹਨਾਂ ਨੂੰ ਬਾਹਰ ਆਉਣ ਦਾ ਮੌਕਾ ਮਿਲ ਜਾਂਦਾ। ਬਾਈ ਜੀ ਸਾਡਾ ਕਸੂਰ ਕੀ, ਉਹਨਾਂ ਨੇ ਕਿਹਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ 21 ਦਿਨ ਦੀ ਫਰਲੋ ਦੇਣ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਤਰਾਜ਼ ਪ੍ਰਗਟਾਇਆ। ਧਾਮੀ ਨੇ ਕਿਹਾ ਕਿ ਇਹ ਫੈਸਲਾ ਪੰਜਾਬ ਦੇ ਮਾਹੌਲ ਵਾਸਤੇ ਬੜਾ ਖਤਰਨਾਕ ਹੈ ਤੇ ਇਹਨੂੰ ਤੁਰੰਤ ਰੋਕਿਆ ਜਾਣਾ ਚਾਹੀਦਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਡੇਰਾ ਸਿਰਸਾ ਮੁਖੀ ਜਬਰ ਜਨਾਹ ਤੇ ਹੱਤਿਆ ਵਰਗੇ ਗੰਭੀਰ ਦੋਸ਼ਾਂ ਦੇ ਵਿੱਚ ਸਜ਼ਾ ਕੱਟ ਰਿਹਾ ਹੈ। ਸਿੱਧੇ ਤੌਰ ਦੇ ਉੱਤੇ 2015 ਦੇ ਵਿੱਚ ਬਰਗਾੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨ ਦੇ ਨਾਲ ਵੀ ਮਾਮਲਾ ਜੁੜਿਆ। ਇਹ ਬੰਦਾ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਹੱਤਿਆਰਾ। ਦੁੱਖ ਦੀ ਗੱਲ ਇਹ ਹੈ ਕਿ ਹਰਿਆਣਾ ਤੇ ਕੇਂਦਰ ਦੀ ਭਾਜਪਾ ਸਰਕਾਰ ਮਿਲ ਕੇ ਰਾਜਨੀਤੀ ਖੇਡ ਰਹੀ ਹੈ। ਭਾਜਪਾ ਚੋਣਾਂ ਦੌਰਾਨ ਰਾਜਨੀਤਿਕ ਲਾਭ ਹਾਸਲ ਕਰਨ ਦੇ ਮਕਸਦ ਦੇ ਨਾਲ ਦੇਸ਼ ਤੇ ਖਾਸ ਕਰਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਤੋਂ ਨਹੀਂ ਕਤਰਾ ਰਹੀ। ਦੂਜੇ ਪਾਸੇ ਉਸ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਕੱਢ ਕੇ ਉਸ ਦੀ ਰਿਹਾਈ ਦਾ ਰਾਹ ਸਾਫ਼ ਕਰਨਾ ਸਵੀਕਾਰਨਯੋਗ ਗੱਲ ਨਹੀਂ ਹੈ। ਭਾਜਪਾ ਸ਼ਾਂਤੀਪੂਰਨ ਪੰਜਾਬ ਨਹੀਂ ਦੇਖਣਾ ਚਾਹੁੰਦੀ। ਇਹਦੇ ਲਈ ਗੁਰਮੀਤ ਰਾਮ ਰਹੀਮ ਨੂੰ ਬਾਹਰ ਲਿਆਂਦਾ ਗਿਆ। ਪ੍ਰਧਾਨ ਧਾਮੀ ਨੇ ਕਿਹਾ ਕਿ ਪੰਜਾਬ ਦੇ ਲੋਕ ਇਸ ਨੂੰ ਕਦੇ ਬਰਦਾਸ਼ਤ ਨਹੀਂ ਕਰਨਗੇ, ਇਹਦਾ ਸਖਤ ਵਿਰੋਧ ਹੋਏਗਾ। ਭਾਰਤ ਸਰਕਾਰ ਤੇ ਹਰਿਆਣਾ ਨੂੰ ਇਸ ਗਲਤੀ ਨੂੰ ਤੁਰੰਤ ਸੁਧਾਰਨਾ ਚਾਹੀਦਾ ਹੈ। ਇਸ ਗਲਤੀ ਦੇ ਲਈ ਪੰਜਾਬੀਆਂ ਤੇ ਖਾਸ ਕਰਕੇ ਸਿੱਖਾਂ ਦੇ ਕੋਲੋਂ ਮਾਫੀ ਮੰਗਣੀ ਚਾਹੀਦੀ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਲਗਭਗ 8 ਮਹੀਨੇ ਪਹਿਲਾਂ ਗੁਰਮੀਤ ਰਾਮ ਰਹੀਮ ਨੂੰ 1 ਦਿਨ ਦੇ ਲਈ ਪੈਰੋਲ ਮਿਲਦੀ ਹੈ। ਆਪਣੀ ਮਾਤਾ ਨਸੀਬ ਕੌਰ ਦੇ ਲਈ ਹਸਪਤਾਲ ਦੇ ਵਿੱਚ ਜਾ ਕੇ ਹਾਲ ਚਾਲ ਪੁੱਛਣ ਦੀ ਆਗਿਆ ਮਿਲਦੀ ਹੈ। ਆਥਣ ਦੇ ਵੇਲੇ ਫਿਰ ਉਹ ਗੁਰਮੀਤ ਰਾਮ ਰਹੀਮ ਹੋਰੀ ਜੇਲ੍ਹ ਦੇ ਵਿੱਚ ਰੋਹਤਕ ਦੀ ਸੁਨਾਰੀਆ ਜੇਲ੍ਹ 'ਚ ਪਹੁੰਚ ਜਾਂਦੇ ਆ। ਬਹੁਤ ਵਾਰ ਪੈਰੋਲ ਦੇ ਲਈ ਅਰਜ਼ੀ ਲਾਈ, ਲਗਭਗ 6 ਵਾਰ, 5 ਤੋਂ 6 ਵਾਰ, ਹਰ ਵਾਰ ਅਰਜ਼ੀ ਰੱਦ ਹੋਈ। ਲੱਗਦਾ ਇਹ ਸੀ ਜਦੋਂ ਹੁਣ ਪਿਛਲੇ ਕਈ ਦਿਨਾਂ ਤੋਂ ਰਾਜਨੀਤਿਕ ਲੋਕਾਂ ਨੇ ਬਿਆਨ ਪੜ੍ਹ ਰਹੇ ਆ ਕਿ ਗੁਰਮੀਤ ਰਾਮ ਰਹੀਮ ਨੂੰ ਬਾਹਰ ਆਉਣ ਦਾ ਮੌਕਾ ਮਿਲੂਗਾ, ਤੇ ਕੁਦਰਤੀ ਤੌਰ ਦੇ ਉੱਤੇ ਇਹ ਜਿਹੜੇ ਅੰਦਾਜ਼ੇ ਸੀ ਸਹੀ ਵੀ ਸਾਬਤ ਹੋ ਗਏ। ਹੁਣ ਜਦੋਂ ਗੁਰਮੀਤ ਰਾਮ ਰਹੀਮ ਹੋਰੀ ਬਾਹਰ ਆ ਗਏ ਜੇਲ੍ਹ ਦੇ ਵਿੱਚੋਂ, ਭਾਵੇਂ ਕਿ 21 ਦਿਨ ਦੇ ਲਈ ਵਕਤੀ ਤੌਰ ਦੇ ਉੱਤੇ ਫਰਲੋ ਦੇ ਉੱਤੇ ਆਏ ਆ, ਕੀ ਇਹਦੇ ਨਾਲ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਪ੍ਰਭਾਵਿਤ ਹੋਣਗੀਆਂ? ਕੀ ਇਹਦੇ ਨਾਲ ਬੀਜੇਪੀ ਨੂੰ ਕੋਈ ਲਾਭ ਹੋਊਗਾ? ਕੀ ਸਿੱਖ ਭਾਈਚਾਰੇ ਦੇ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਜਾਊਗਾ? ਕੀ ਬਾਕੀ ਸਿਆਸੀ ਪਾਰਟੀਆਂ ਇਸ ਮਾਮਲੇ ਦੇ ਉੱਤੇ ਕੁਝ ਬੋਲਣਗੀਆਂ? ਇਸ ਸਮੇਂ ਨੇ ਸਾਰੀ ਕਹਾਣੀ ਬਿਆਨ ਕਰਨੀ ਹੈ। ਪਰ ਇੱਕ ਗੱਲ ਜ਼ਰੂਰ ਚੇਤੇ ਰੱਖਿਓ, ਤੇ ਸਭ ਨੂੰ ਵੈਸੇ ਕੁਝ ਹਿੱਸਾ ਚੇਤੇ ਵੀ ਹੋਊਗਾ, ਕਿ ਪੰਜਾਬ ਦੀ ਰਾਜਨੀਤੀ ਦੇ ਉੱਤੇ ਡੇਰਿਆਂ ਦਾ ਪ੍ਰਭਾਵ ਬਹੁਤ ਹੈ, ਤੇ ਨਵਾਂ ਨਹੀਂ ਬੜੇ ਚਿਰਾਂ ਤੋਂ ਆ। ਤੇ ਇਹ ਕਿਉਂ ਆ ਪ੍ਰਭਾਵ ਆਪਾਂ ਜਾਣਦੇ ਹਾਂ। ਪੰਜਾਬ ਦੇ ਵਿੱਚ ਖਾਸ ਕਰਕੇ 69 ਸੀਟਾਂ ਜਿਹੜੀਆਂ ਮਾਲਵੇ ਦੀਆਂ, ਇੱਥੇ ਗੁਰਮੀਤ ਰਾਮ ਰਹੀਮ ਦੇ ਡੇਰੇ ਦਾ ਬਹੁਤ ਵੱਡਾ ਪ੍ਰਭਾਵ ਆ। ਕਈ ਤਾਂ ਇਹੋ ਜਿਹੀਆਂ ਸੀਟਾਂ ਜਿੱਥੇ ਕਿ ਬਿਲਕੁਲ ਤਖਤਾ ਪਲਟਿਆ ਜਾਂਦਾ, ਜਿੱਥੇ ਕਿ ਸਮੀਕਰਨ ਇੱਕ ਅੱਖ ਦੇ ਇਸ਼ਾਰੇ ਦੇ ਨਾਲ ਬਦਲ ਜਾਂਦੇ ਆ। ਮੈਂ ਕੱਲ੍ਹ ਇੱਕ ਰਿਪੋਰਟ ਪੜ੍ਹ ਰਿਹਾ ਸੀ, ਬਹੁਤ ਸਾਰੇ ਪੈਰੋਕਾਰਾਂ ਨੇ ਗੱਲ ਕਹੀ ਹੈ ਕਿ ਸਾਨੂੰ ਜੋ ਇਸ਼ਾਰਾ ਹੋਊਗਾ ਅਸੀਂ ਉਧਰਲੇ ਪਾਸੇ ਤੋਂ ਵੋਟਾਂ ਪਾ ਦੇਣੀਆਂ, ਜਿਵੇਂ ਕਿ ਮੀਡੀਆ ਦੇ ਵਿੱਚ ਰਿਪੋਰਟਾਂ ਆ ਰਹੀਆਂ। ਹੋ ਵੀ ਸਕਦਾ ਇੱਦਾਂ ਇਸ਼ਾਰਾ ਹੋਵੇ ਵੀ, ਪਰ ਇਹਦੇ ਬਾਬਤ ਆਉਂਦੇ ਸਮੇਂ ਦੇ ਵਿੱਚ ਪਤਾ ਲੱਗੂਗਾ ਕਿ ਬਣਦਾ ਕੀ ਹੈ, ਕੀ ਸਪਸ਼ਟ ਹੁਲਾਰਾ, ਕੀ ਹੁੰਗਾਰਾ, ਕੀ ਇਸ਼ਾਰਾ ਹੁੰਦਾ ਜਾਂ ਫਿਰ ਨਹੀਂ ਹੁੰਦਾ। ਪਰ ਉਸ ਤੋਂ ਅਗਲੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ 23 ਜ਼ਿਲ੍ਹੇ ਆ, 300 ਦੇ ਕਰੀਬ ਬਹੁਤ ਵੱਡੇ ਡੇਰੇ ਆ। ਪੰਜਾਬ ਦੇ ਵਿੱਚ ਛੋਟੇ ਵੱਡੇ ਡੇਰੇ ਮਿਲਾ ਕੇ 10,000 ਦੇ ਕਰੀਬ ਗਿਣਤੀ ਬਣਦੀ ਹੈ, ਲਗਭਗ 10,000, ਪਰ ਵੱਡੇ ਡੇਰੇ 300 ਆ। ਪੰਜਾਬ ਦੇ ਵਿੱਚ ਦਰਜਨਾਂ ਦੀ ਗਿਣਤੀ ਦੇ ਵਿੱਚ ਡੇਰੇ ਇਹੋ ਜਿਹੇ ਆ ਜਿਨ੍ਹਾਂ ਨੂੰ ਅਸੀਂ ਮਹਾਂ ਡੇਰੇ ਕਹਿ ਸਕਦੇ ਹਾਂ, ਜਿਨ੍ਹਾਂ ਦੀਆਂ ਸ਼ਾਖਾਵਾਂ ਜਿਹੜੀਆਂ ਉਹ ਸੈਂਕੜਿਆਂ ਦੇ ਵਿੱਚ ਆ ਪੂਰੇ ਪੰਜਾਬ ਦੇ ਵਿੱਚ। ਸੋ ਸੋਚਣ ਵਿਚਾਰਨ ਵਾਲੀ ਗੱਲ ਇਹ ਹੈ ਕਿ ਇਹਨਾਂ ਡੇਰਿਆਂ ਦੇ ਵੱਲ ਲੋਕ ਕਿਉਂ ਜਾਂਦੇ ਆ, ਉਹ ਕਿਹੜੇ ਕਾਰਨ ਆ ਜਿਹਦੇ ਕਰਕੇ ਲੋਕ ਡੇਰਿਆਂ ਦੇ ਮੁਰੀਦ ਹੋਏ ਬੈਠੇ ਆ। ਰਾਜਨੀਤਿਕ ਲੋਕ ਡੇਰਿਆਂ ਬਿਨਾਂ ਤੇ ਡੇਰੇਦਾਰ ਰਾਜਨੀਤਿਕ ਲੋਕਾਂ ਦੇ ਬਿਨਾਂ ਸਾਰਦੇ ਕਿਉਂ ਨਹੀਂ? ਆ ਹੁਣ ਤਾਂ ਬਹੁਤ ਘੱਟ ਖਬਰਾਂ ਆ ਰਹੀਆਂ, ਕਿਉਂਕਿ ਰਾਜਨੀਤਿਕ ਲੋਕ ਡੇਰਿਆਂ ਦੇ ਵੱਲ ਜਾਂਦੇ ਆ, ਪਰ ਮੀਡੀਆ ਨੂੰ ਕਾਬੂ ਦੇ ਵਿੱਚ ਰੱਖਣ ਦੀ ਕੋਸ਼ਿਸ਼ ਕਰਦੇ ਵੀ ਸਾਡੀ ਖਬਰ ਨਾ ਕਿਤੇ ਨਸ਼ਰ ਹੋ ਜੇ। ਨਹੀਂ ਤਾਂ ਗਾਹੇ ਬਗਾਹੇ ਖਬਰਾਂ ਬਾਹਰ ਨਿਕਲਦੀਆਂ ਰਹਿਣਗੀਆਂ ਕਿ ਫਲਾਣੇ ਡੇਰੇ ਦੇ ਵਿੱਚ ਫਲਾਣੇ ਨੇਤਾ ਗਏ, ਫਲਾਣੇ ਡੇਰੇ ਵਿੱਚ ਫਲਾਣੇ ਗਏ, ਉਹਨਾਂ ਨੇ ਅਸ਼ੀਰਵਾਦ ਲਿਆ। ਸੋ ਮੈਨੂੰ ਹੈਰਾਨੀ ਹੁੰਦੀ ਇਸ ਗੱਲ ਦੇ ਉੱਤੇ ਕਿ ਇੱਕ ਪਾਸੇ ਤਾਂ ਹੁਕਮਨਾਮਾ ਜਾਰੀ ਹੋ ਰਿਹਾ,
ਵੀ ਭਾਈ ਵੱਖ-ਵੱਖ ਡੇਰਿਆਂ ਦੇ ਵੱਲੋਂ ਮੂੰਹ ਮੋੜਿਆ ਜਾਵੇ ਤੇ ਸਿਰਸੇ ਵਾਲੇ ਡੇਰੇ ਨਾਲ ਸੰਬੰਧ ਨਾ ਰੱਖਿਆ ਜਾਵੇ। ਪਰ ਦੂਜੇ ਪਾਸੇ ਵਾਰ-ਵਾਰ ਹਰ ਥਾਂ ਦੇ ਉੱਤੇ ਵੱਖ-ਵੱਖ ਨੇਤਾ ਜਾਂਦੇ ਆ। ਜਿੱਤ ਕਿਹਨੂੰ ਨਹੀਂ ਪਿਆਰੀ, ਹਾਰਨਾ ਕੌਣ ਚਾਹੁੰਦਾ, ਹਰ ਹਰਬਾ ਵਰਤਿਆ ਜਾਂਦਾ। ਪਰ ਇਹ ਵਕਤ ਬਿਆਨ ਕਰੂਗਾ ਕਿ ਗੁਰਮੀਤ ਰਾਮ ਰਹੀਮ ਦਾ ਜੇਲ੍ਹ ਦੇ ਵਿੱਚੋਂ ਬਾਹਰ ਆਉਣਾ ਪੰਜਾਬ ਦੀ ਸਿਆਸਤ ਨੂੰ ਕਿਸ ਤਰੀਕੇ ਨਾਲ ਪ੍ਰਭਾਵਿਤ ਕਰਦਾ। ਪਰ ਕਰੂ ਜ਼ਰੂਰ, ਇਹ ਗੱਲ ਸੱਚੀ ਹੈ। ਹੁਣ ਤਾਂ ਪਤਾ ਲੱਗਾ ਵੀ ਕੁਝ ਕੁ ਪਾਰਟੀਆਂ ਦੇ ਆਗੂਆਂ ਦੀਆਂ ਤੇ ਉਮੀਦਵਾਰਾਂ ਦੀਆਂ ਬਾਛਾਂ ਖਿੜ ਗਈਆਂ। ਉਹ ਕਹਿੰਦੇ ਜੀ ਹੁਣ ਮਾਲਵੇ ਦੇ ਵਿੱਚ ਗੱਲ ਬਣ ਜਾਣੀ ਆ। ਮੇਰੀ ਕੱਲ੍ਹ ਇੱਕ ਫਿਰੋਜ਼ਪੁਰ ਵੱਲ ਨੇਤਾ, ਉਹਦੇ ਨਾਲ ਗੱਲ ਹੋਈ। ਉਹ ਕਹਿੰਦਾ ਬਾਈ ਜੀ ਸਾਡੇ ਖੇਤਰ ਦੇ ਵੱਲ ਤਾਂ ਗੱਲ ਬਣ ਗਈ, ਜੋ ਗੱਲ ਚਾਹੀਦੀ ਸੀ ਉਹ ਬਣ ਗਈ। ਹੁਣ ਸਾਨੂੰ ਪ੍ਰੇਮੀ ਭਾਈਚਾਰਾ ਵੋਟ ਪਾਊਗਾ। ਪਤਾ ਨਹੀਂ ਉਹ ਵੋਟ ਪਾਊਗਾ ਕਿ ਨਹੀਂ ਪਾਊਗਾ, ਪਤਾ ਨਹੀਂ ਉਹਨੇ ਆਉਂਦੇ ਸਮੇਂ ਦੇ ਵਿੱਚ ਕੀ ਫੈਸਲਾ ਲੈਣਾ ਪ੍ਰੇਮੀਆਂ ਨੇ। ਪਰ ਇਸ ਗੱਲ ਦੀ ਆਸ ਕੀਤੀ ਜਾ ਰਹੀ ਹੈ ਕਿ ਬਹੁਤ ਵੱਡੇ ਪੱਧਰ ਦੇ ਉੱਤੇ ਫਰਕ ਪਊਗਾ ਗੁਰਮੀਤ ਰਾਮ ਰਹੀਮ ਦੇ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦੇ ਨਾਲ। 3 ਦਿਨ ਪਹਿਲਾਂ ਹਰਿਆਣਾ ਦੇ ਜੇਲ੍ਹ ਵਿਭਾਗ ਦੇ ਮੰਤਰੀ ਨੇ ਗੱਲ ਕਹੀ ਸੀ ਕਿ ਕੋਈ ਮਾੜੀ ਗੱਲ ਨਹੀਂ ਜੇਕਰ ਨਿਯਮਾਂ ਦੇ ਮੁਤਾਬਕ, ਪ੍ਰਕਿਰਿਆ ਦੇ ਮੁਤਾਬਕ ਕਿਸੇ ਨੂੰ ਫਰਲੋ ਜਾਂ ਪੈਰੋਲ ਮਿਲਦੀ ਹੈ ਤਾਂ ਇਹਦੇ ਵਿੱਚ ਇਤਰਾਜ਼ ਕਿਹੜਾ। ਤੇ ਹੁਣ ਉਹ ਕੰਮ ਹੋ ਗਿਆ। ਈਡੀ ਦੇ ਵੱਲੋਂ ਇੱਕ ਬਹੁਤ ਵੱਡਾ ਖੁਲਾਸਾ ਕੀਤਾ ਗਿਆ, ਯਾਨੀ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ। ਆਪਾਂ ਜਾਣਦੇ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇ ਦੇ ਵਿੱਚ ਭਾਣਜੇ ਲੱਗਦੇ ਹਨੀ ਨੂੰ ਗ੍ਰਿਫਤਾਰ ਕੀਤਾ ਗਿਆ ਪਿਛਲੇ ਦਿਨੀ। ਤੇ ਇਸ ਦੌਰਾਨ ਹੁਣ ਈਡੀ ਦੇ ਵੱਲੋਂ ਉਹ ਜਿਹੜਾ ਖੁਲਾਸਾ ਕੀਤਾ ਗਿਆ, ਇਹਦੇ ਕਰਕੇ ਆਉਂਦੇ ਸਮੇਂ ਦੇ ਵਿੱਚ ਹੋ ਸਕਦਾ ਕਾਂਗਰਸ ਦੀ ਇਮੇਜ ਖਰਾਬ ਹੋਵੇ, ਜਾਂ ਇਹ ਹੋ ਸਕਦਾ ਕਿ ਚਰਨਜੀਤ ਸਿੰਘ ਚੰਨੀ ਦੇ ਉੱਤੇ ਭਰੋਸੇ ਦੀ ਘਾਟ ਪੈਦਾ ਹੋਵੇ। ਕਿਉਂਕਿ ਈਡੀ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਦੇ ਗ੍ਰਿਫਤਾਰ ਕੀਤੇ ਗਏ ਰਿਸ਼ਤੇ ਦੇ ਵਿੱਚ ਭਾਣਜਾ ਲੱਗਦੇ ਸੱਜਣ ਨੇ ਇਸ ਗੱਲ ਨੂੰ ਕਬੂਲ ਕਰ ਲਿਆ ਕਿ ਮੈਂ ਮਾਈਨਿੰਗ ਦੇ ਮਾਮਲੇ ਵਿੱਚ ਕਿਵੇਂ ਸ਼ਾਮਲ ਸੀ, ਕਿਵੇਂ ਪੋਸਟਾਂ ਕਰਵਾਉਣ ਦੇ ਲਈ ਤੇ ਕਿਵੇਂ ਬਦਲੀਆਂ ਕਰਵਾਉਣ ਦੇ ਲਈ ਮੈਂ ਪੈਸੇ ਲੈਂਦਾ ਸੀ। ਤੇ ਈਡੀ ਦੇ ਵੱਲੋਂ ਕੀਤਾ ਗਿਆ ਇਹ ਜਿਹੜਾ ਦਾਅਵਾ ਜਾਂ ਕਹਿ ਲਈਏ ਖੁਲਾਸਾ, ਇਹ ਆਉਂਦੇ ਸਮੇਂ ਦੇ ਵਿੱਚ ਕਿਹੋ ਜਿਹੀਆਂ ਦਿੱਕਤਾਂ ਕ੍ਰੀਏਟ ਕਰਦਾ, ਕਿਹੋ ਜਿਹੇ ਮਸਲੇ ਖੜੇ ਕਰਦਾ, ਇਹਦੇ ਵੱਲ ਸਭ ਦੀ ਨਿਗਾਹ ਟਿਕੀ ਰਹਿਣੀ ਆ। ਹੁਣ ਜਦੋਂ ਚਰਨਜੀਤ ਸਿੰਘ ਚੰਨੀ ਇੱਕ ਗੱਲ ਕਹਿ ਰਹੇ ਆ, ਉਹ ਕਹਿੰਦੇ ਜੀ ਕਿ ਆਮ ਆਦਮੀ ਪਾਰਟੀ ਐਵੇਂ ਕਹੀ ਜਾਂਦੀ ਹੈ ਕਿ ਭਾਈ ਚੰਨੀ ਤਾਂ ਸੈਂਕੜੇ ਕਰੋੜ ਦਾ ਮਾਲਕ ਹੈ। ਜੇ ਭਾਈ ਮੈਂ ਸੈਂਕੜੇ ਕਰੋੜ ਦਾ ਮਾਲਕ ਹੁੰਦਾ ਤਾਂ ਮੈਂ ਇਹ ਕੰਮ ਕਰਦਾ ਕਿਉਂ, ਮੈਂ ਤਾਂ ਆਪਣੇ ਸਾਰੇ ਪੈਸੇ ਲੋਕਾਂ ਦੇ ਵਿੱਚ ਵੰਡ ਦੇਣੇ ਸੀ। ਉਧਰੋਂ ਸੁਖਬੀਰ ਸਿੰਘ ਬਾਦਲ ਨੇ ਇਹ ਗੱਲ ਕਹੀ ਹੈ ਕਿ ਚੰਨੀ ਸਾਹਿਬ ਵਰਗਾ ਗਰੀਬ ਤਾਂ ਹਰ ਕਾਂਗਰਸੀ ਹੋਵੇ। ਉਧਰੋਂ ਆਮ ਆਦਮੀ ਪਾਰਟੀ ਇਹ ਗੱਲ ਕਹਿ ਰਹੀ ਹੈ ਜੀ ਕਿ ਇਹ ਕੋਈ ਆਮ ਆਦਮੀ ਨਹੀਂ, ਇਹ ਤਾਂ ਖਾਸ ਆਦਮੀ ਹੈ। ਅਕਾਲੀ ਦਲ ਦੇ ਆਗੂ ਇਹ ਗੱਲ ਕਹਿੰਦੇ ਵੀ ਜੇਕਰ 111 ਦਿਨ ਦੇ ਵਿੱਚ 10 ਕਰੋੜ ਦਾ ਘਪਲਾ ਸਾਹਮਣੇ ਆ ਗਿਆ ਰਿਸ਼ਤੇਦਾਰ ਦੇ ਰਾਹੀਂ, ਤੇ ਜੇਕਰ ਕਿਤੇ 5 ਸਾਲ ਮਿਲੇ ਹੁੰਦੇ ਫਿਰ ਤਾਂ ਬਹੁਤ ਵੱਡਾ ਘੁਟਾਲਾ ਹੋਣਾ ਸੀ। ਸੋ ਇੱਕ ਦੂਜੇ ਦੇ ਉੱਤੇ ਸ਼ਬਦਕ ਵਾਰ ਇਵੇਂ ਹੋ ਰਹੇ ਆ, ਦੋਸ਼ਾਂ ਕਦੋਸ਼ਾਂ ਦੀ ਵਾਛੜ ਇਸ ਕਦਰ ਹੋ ਰਹੀ ਆ। ਸੋ ਆਉਂਦੇ ਦਿਨਾਂ ਦੇ ਵਿੱਚ ਇਹ ਮਾਮਲਾ ਹੋਰ ਭਖਣ ਦੇ ਅਸਾਰ ਆ। ਈਡੀ ਦੇ ਵੱਲੋਂ ਜਦੋਂ ਹੁਣ ਹੋਰ ਖੁਲਾਸੇ ਕੀਤੇ ਗਏ ਤਾਂ ਚਰਨਜੀਤ ਸਿੰਘ ਚੰਨੀ ਦੇ ਮੂਹਰੇ ਇੱਕ ਅੜਿੱਕਿਆਂ ਦੀ ਕੰਧ ਖੜੀ ਹੋਣੀ ਆ। ਹਾਲਾਂਕਿ ਚੰਨੀ ਸਾਹਿਬ ਨੇ ਗੱਲ ਕਹੀ ਹੈ ਕਿ ਜੇਕਰ ਰਿਸ਼ਤੇਦਾਰ ਕੋਈ ਗਲਤ ਕੰਮ ਕਰਦਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਹੋਵੇ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੇਕਰ ਕੋਈ ਕਿਸੇ ਦਾ ਗਲਤ ਕੰਮ ਕਰਦਾ ਰਿਸ਼ਤੇਦਾਰ ਹੈ, ਇਹਦਾ ਮਤਲਬ ਇਹ ਥੋੜ੍ਹੀ ਵੀ ਸਾਰੇ ਇੱਕੋ ਜਿਹੇ ਆ, ਉਹਦੇ ਖਿਲਾਫ ਕਾਨੂੰਨੀ ਕਾਰਵਾਈ ਹੋਵੇ, ਉਹਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਾ ਜਾਵੇ। ਪਰ ਸਾਨੂੰ ਬਦਨਾਮ ਕਿਉਂ ਕੀਤਾ ਜਾ ਰਿਹਾ, ਜਦ ਕਿ ਵਿਰੋਧੀ ਇਹ ਗੱਲ ਕਹਿੰਦੇ ਆ ਕਿ ਜੇਕਰ ਚੰਨੀ ਸਾਹਿਬ ਦਾ ਥਾਪੜਾ ਸੀ ਉਹ ਤਾਂ ਹੀ ਇਹ ਸਾਰਾ ਕੁਝ ਕਰਦਾ ਸੀ, ਉਹਨੂੰ ਗਨਮੈਨ ਤਾਂ ਮਿਲਦੇ ਸੀ, ਉਹਦੀ ਚੜ੍ਹਾਈ ਤਾਂ ਸੀ, ਉਹਦੇ ਅੱਗੇ ਪਿੱਛੇ ਕਾਫਲੇ ਤਾਂ ਚੱਲਦੇ ਸੀ, ਜਿਵੇਂ ਕਿ ਦੋਸ਼ ਲੱਗ ਰਹੇ ਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਵੋਟਾਂ ਦੇ ਵਿੱਚ ਹੁਣ ਸਿਰਫ 12 ਦਿਨ ਬਾਕੀ ਨੇ, ਪਰ ਉਸ ਤੋਂ ਪਹਿਲਾਂ ਈਡੀ ਯਾਨੀ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਇੱਕ ਵੱਡਾ ਖੁਲਾਸਾ ਕੀਤਾ। ਈਡੀ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਉਰਫ ਹਨੀ ਨੇ ਕਸਟਡੀ ਦੇ ਵਿੱਚ ਪੁੱਛਗਿੱਛ ਦੌਰਾਨ ਮੰਨਿਆ ਕਿ ਉਸਨੇ ਰੇਤ ਮਾਫੀਏ ਦੇ ਕੋਲੋਂ ਮਾਈਨਿੰਗ ਅਧਿਕਾਰੀਆਂ ਦੀਆਂ ਬਦਲੀਆਂ ਤੇ ਪੋਸਟਿੰਗ ਕਰਵਾਉਣ ਦੇ ਇਵਜ਼ ਦੇ ਵਿੱਚ 10 ਕਰੋੜ ਰੁਪਏ ਨਕਦ ਲਏ ਸਨ। ਈਡੀ ਨੇ ਸੋਮਵਾਰ ਨੂੰ ਬਿਆਨ ਜਾਰੀ ਕਰਕੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚੰਨੀ ਦੇ ਗ੍ਰਿਫਤਾਰ ਕੀਤੇ ਗਏ ਭਾਣਜੇ ਦੇ ਵੱਲੋਂ ਹੁਣ ਗੱਲਾਂ ਕਬੂਲ ਕੀਤੀਆਂ ਗਈਆਂ ਨੇ ਤੇ ਉਸਨੇ ਸਰਹੱਦੀ ਖੇਤਰਾਂ ਦੇ ਵਿੱਚ ਵੱਖ-ਵੱਖ ਥਾਵਾਂ ਤੋਂ ਅਧਿਕਾਰੀਆਂ ਦੇ ਕੋਲੋਂ ਪੋਸਟਿੰਗ ਕਰਵਾਉਣ ਦੇ ਲਈ ਜਾਂ ਬਦਲੀਆਂ ਕਰਵਾਉਣ ਦੇ ਲਈ 10 ਕਰੋੜ ਰੁਪਈਆ ਲਿਆ ਤੇ ਇਹ ਨਕਦ ਮਿਲਿਆ। ਕੇਂਦਰੀ ਏਜੰਸੀਆਂ ਨੇ ਪੰਜਾਬ ਦੇ ਵਿੱਚ ਕਥਿਤ ਰੇਤ ਮਾਈਨਿੰਗ ਦੇ ਮਾਮਲੇ ਵਿੱਚ ਮਨੀ ਲਾਂਡਰਿੰਗ ਜਾਂਚ ਦੇ ਤਹਿਤ ਹੀ ਹਨੀ ਨੂੰ 3 ਫਰਵਰੀ ਨੂੰ ਜਲੰਧਰ ਦੇ ਵਿੱਚ ਹਿਰਾਸਤ ਵਿੱਚ ਲਿਆ ਸੀ। ਈਡੀ ਦੀ ਟੀਮ ਨੇ 18 ਜਨਵਰੀ ਨੂੰ ਭੁਪਿੰਦਰ ਸਿੰਘ ਤੇ ਉਸ ਦੇ ਨਾਲ ਕੰਮ ਕਰਨ ਵਾਲੇ ਲੋਕਾਂ ਦੇ ਘਰਾਂ ਦੇ ਵਿੱਚ ਛਾਪੇ ਮਾਰੇ ਸਨ। ਕੇਂਦਰੀ ਏਜੰਸੀ ਨੇ ਹਨੀ ਦੇ ਘਰ ਦੇ ਵਿੱਚੋਂ 7.5 ਕਰੋੜ ਰੁਪਏ ਤੋਂ ਵੱਧ ਨਕਦ ਤੇ ਇੱਕ ਹੋਰ ਵਿਅਕਤੀ ਸੰਦੀਪ ਕੁਮਾਰ ਦੇ ਘਰੋਂ 2 ਕਰੋੜ ਰੁਪਏ ਨਕਦ ਬਰਾਮਦ ਕੀਤੇ ਸਨ। ਏਜੰਸੀ ਦੀ ਤਲਾਸ਼ੀ ਦੌਰਾਨ ਕੁਦਰਤਦੀਪ ਸਿੰਘ ਹਨੀ ਦੇ ਪਿਤਾ ਤੇ ਸੰਦੀਪ ਕੁਮਾਰ ਦੇ ਬਿਆਨ ਦਰਜ ਕੀਤੇ ਗਏ। ਬਿਆਨਾਂ ਵਿੱਚ ਇਹ ਮੰਨਿਆ ਗਿਆ ਕਿ ਜ਼ਬਤ ਕੀਤੇ ਗਏ ਪੈਸੇ ਹਨੀ ਦੇ ਨੇ। ਈਡੀ ਦਾ ਦਾਅਵਾ ਹੈ ਕਿ ਹੁਣ ਖੁਦ ਭੁਪਿੰਦਰ ਸਿੰਘ ਨੇ ਵੀ ਮੰਨ ਲਿਆ ਕਿ ਰੇਤ ਮਾਫੀਏ ਨਾਲ ਜੁੜੇ ਹੋਏ ਕੰਮਾਂ ਕਾਜਾਂ ਕਰਕੇ ਉਸ ਨੂੰ ਇਹ ਕੈਸ਼ ਮਿਲਿਆ।
ਈਡੀ ਦੇ ਅਧਿਕਾਰੀਆਂ ਨੇ ਕਿਹਾ ਕਿ ਜਦੋਂ 10 ਕਰੋੜ ਰੁਪਈਆ ਕੈਸ਼ ਹਨੀ ਤੇ ਉਸ ਦੇ ਦੋਸਤ ਦੇ ਘਰ ਦੇ ਵਿੱਚੋਂ ਬਰਾਮਦ ਕੀਤਾ ਗਿਆ ਤਾਂ ਉਸ ਨੇ ਕਿਹਾ ਕਿ ਉਹ ਰੇਤ ਦਾ ਧੰਦਾ ਕਰਦਾ ਹੈ ਤੇ ਉਸ ਦੀਆਂ ਆਪਣੀਆਂ ਕੰਪਨੀਆਂ ਨੇ ਤੇ ਜਿਹਦੇ ਰਾਹੀਂ ਉਹਨੇ ਇਹ ਪੈਸਾ ਕਮਾਇਆ। ਪਰ ਫਿਰ ਸਮਨ ਭੇਜ ਕੇ ਈਡੀ ਦੇ ਜਲੰਧਰ ਦਫ਼ਤਰ ਦੇ ਵਿੱਚ ਪੁੱਛਗਿੱਛ ਦੇ ਲਈ ਬੁਲਾਇਆ ਗਿਆ। ਉਸ ਦੀ ਗਲਤ ਕਮਾਈ ਦੇ ਜਦੋਂ ਸਾਰੇ ਦਸਤਾਵੇਜ਼ ਸਾਹਮਣੇ ਰੱਖੇ ਗਏ ਤਾਂ ਉਹ ਗੱਲ ਨੂੰ ਇੱਧਰ ਉੱਧਰ ਘੁਮਾਉਣ ਲੱਗਿਆ, ਪਰ ਈਡੀ ਨੂੰ ਸ਼ੱਕ ਜੋ ਸੀ ਉਹ ਪੱਕਾ ਹੁੰਦਾ ਗਿਆ। ਇਸ ਤੋਂ ਬਾਅਦ 3 ਤਰੀਕ ਨੂੰ ਹੀ ਹਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। 4 ਤਰੀਕ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਰਿਮਾਂਡ ਤੇ ਲਿਆ ਗਿਆ। ਰਿਮਾਂਡ ਦੇ ਦੂਜੇ ਦਿਨ ਸਖਤੀ ਨਾਲ ਪੁੱਛਗਿੱਛ ਕਰਨ ਤੋਂ ਬਾਅਦ ਉਸ ਨੇ ਸਾਰੇ ਰਾਜ਼ ਖੋਲ੍ਹ ਦਿੱਤੇ। ਦੱਸਣਾ ਬਣਦਾ ਹੈ ਕਿ ਇਸ ਵੇਲੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਇਹ ਮੁੱਦਾ ਕਾਫੀ ਗਰਮ ਹੋਇਆ ਪਿਆ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਿਸ ਤਰੀਕੇ ਦੇ ਨਾਲ ਰੇਤ ਮਾਫੀਏ ਦਾ ਜ਼ਿਕਰ ਚੱਲ ਰਿਹਾ ਤੇ ਹੁਣ ਤਾਂ ਫਿਕਰ ਵੀ ਚੱਲ ਰਿਹਾ। ਦੁੱਖ ਹੁੰਦਾ ਇਸ ਗੱਲ ਦੇ ਉੱਤੇ ਕਿ ਇਸ ਤੋਂ ਪਹਿਲਾਂ ਇੰਨੀ ਗੰਭੀਰਤਾ ਨਾਲ ਗੱਲ ਕਦੇ ਕਿਉਂ ਨਹੀਂ ਕੀਤੀ ਗਈ। ਸਾਨੂੰ ਨਹੀਂ ਇਸ ਗੱਲ ਦਾ ਪਤਾ, ਕੋਈ ਨਹੀਂ ਜਾਣਦਾ ਕਿ ਚੰਨੀ ਸਾਹਿਬ ਦੀ ਇਸ ਮਾਮਲੇ 'ਚ ਸ਼ਮੂਲੀਅਤ ਹੈ ਜਾਂ ਨਹੀਂ ਹੈ। ਉਹ ਕਹਿੰਦੇ ਕਿ ਨਹੀਂ ਹੈ, ਇਹ ਵੀ ਗੱਲ ਮੰਨੀ ਜਾ ਸਕਦੀ ਹੈ। ਵਿਰੋਧੀ ਕਹਿੰਦੇ ਹੋਊਗੀ ਪੱਕਾ, ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਉਹ 100% ਦੀ ਗਲਤ ਕਹਿੰਦੇ ਆ। ਕਿਸੇ ਬੰਦੇ ਬਾਰੇ ਕੋਈ ਥਾਂ ਨਹੀਂ ਪਾਈ ਜਾ ਸਕਦੀ। ਪਰ ਚੰਨੀ ਹੋਰਾਂ ਨੇ ਸਮੇਂ-ਸਮੇਂ 'ਤੇ ਗੱਲ ਕਹੀ ਹੈ ਕਿ ਜਦੋਂ ਵੀ ਕੇਂਦਰ ਦੀ ਸਰਕਾਰ ਨੂੰ ਯਾਨੀ ਕਿ ਬੀਜੇਪੀ ਨੂੰ ਇਹ ਲੱਗੇ ਕਿ ਅਸੀਂ ਕਿਸੇ ਸੂਬੇ ਦੇ ਵਿੱਚ ਹਾਰਦੇ ਹਾਂ, ਉਹਨਾਂ ਦੇ ਵੱਲੋਂ ਏਜੰਸੀਆਂ ਦੀ ਵਰਤੋਂ ਇਵੇਂ ਹੀ ਕੀਤੀ ਜਾਂਦੀ ਤੇ ਵਰਤੋਂ ਤੋਂ ਵੱਧ ਦੁਰਵਰਤੋਂ ਕੀਤੀ ਜਾਂਦੀ ਹੈ। ਸੋ ਇਸ ਕਰਕੇ ਉਹਨਾਂ ਨੇ ਇਸ ਮਾਮਲੇ ਦਾ ਮੋੜ ਕਟਾਉਣ ਦੀ ਕੋਸ਼ਿਸ਼ ਕੀਤੀ ਹੈ ਜਾਂ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਕੁਝ ਨਵੀਆਂ ਗੱਲਾਂ ਦਰਜ ਕੀਤੀਆਂ। ਪਰ ਇਸ ਮਾਮਲੇ ਦੇ ਵਿੱਚ ਕਾਂਗਰਸ ਦੇ ਨੇਤਾ ਹੁਣ ਚੁੱਪ ਗੁੜਪ ਬੈਠੇ ਆ। ਇਸ ਮਾਮਲੇ ਦੇ ਵਿੱਚ ਬਾਕੀ ਵਿਰੋਧੀ ਪਾਰਟੀਆਂ ਹਮਲਾਵਰ ਰੁਖ ਦੇ ਵਿੱਚ ਹੈ। ਆਉਂਦੇ ਦਿਨਾਂ ਦੇ ਵਿੱਚ ਈਡੀ ਦੇ ਵੱਲੋਂ ਕੀਤਾ ਗਿਆ ਇਹ ਖੁਲਾਸਾ ਕਿ ਭਾਣਜੇ ਹਨੀ ਦੇ ਵੱਲੋਂ ਇਹ ਮੰਨ ਲਿਆ ਗਿਆ ਕਿ ਮੈਂ ਇਹ ਸਾਰਾ ਕੁਝ ਕੀਤਾ, ਗੋਲਮਾਲ ਕੀਤਾ, ਪੈਸੇ ਲੈ ਕੇ ਬਦਲੀਆਂ ਇੱਧਰ ਉੱਧਰ ਕੀਤੀਆਂ, ਪੋਸਟਾਂ ਕੀਤੀਆਂ, ਪੋਸਟਿੰਗ ਕੀਤੀ ਹੈ। ਸੋ ਇਸ ਮਾਮਲੇ ਦੇ ਉੱਤੇ ਬਹੁਤ ਵੱਡਾ ਪੜੁੱਲ ਬਣਨਾ। ਇਸ ਮਾਮਲੇ ਦੇ ਹੋਰ ਉਛਲਣ ਦੇ ਕਰਕੇ, ਹੋਰ ਉੱਭਰਨ ਦੇ ਕਰਕੇ, ਵਿੱਚੋਂ ਕਈ ਹੋਰ ਤਹਿਆਂ ਫਰੋਲਣ ਦੇ ਕਰਕੇ ਕਾਂਗਰਸ ਦਾ ਤੇ ਸੀਐਮ ਚੰਨੀ ਸਾਹਿਬ ਦਾ ਕਿੰਨਾ ਕੁ ਨੁਕਸਾਨ ਹੁੰਦਾ, ਇਹਦੇ ਵੱਲ ਨਿਗਾਹ ਟਿਕੀ ਰਹਿਣੀ ਹੈ। ਪਰ ਮੁੱਦਾ ਇੱਕ ਬਹੁਤ ਵੱਡਾ ਆ ਗਿਆ ਵਿਰੋਧੀ ਪਾਰਟੀਆਂ ਦੇ ਕੋਲੇ। ਪੰਜਾਬ ਦੇ ਵਿੱਚ ਇਸ ਵੇਲੇ ਚੋਣ ਦੰਗਲ ਬੇਹੱਦ ਭਖਿਆ ਹੋਣ ਕਰਕੇ ਹਰ ਰੋਜ਼ ਕੁਝ ਨਾ ਕੁਝ ਨਵਾਂ ਹੁੰਦਾ। ਹਰ ਰੋਜ਼ ਖਬਰਾਂ ਇਹ ਆਉਂਦੀਆਂ ਕਿ ਫਲਾਣੇ ਖੇਤਰ ਦੇ ਵਿੱਚ ਫਲਾਣਾ ਅੱਗੇ, ਫਲਾਣੇ ਖੇਤਰ ਵਿੱਚ ਫਲਾਣਾ ਅੱਗੇ। ਪੰਜਾਬ ਦੇ ਵਿੱਚ ਜਿੰਨੇ ਵੀ ਲੋਕ ਵਸਦੇ ਆ, ਜਦੋਂ ਇੱਕ ਦੂਜੇ ਨੂੰ ਫੋਨ ਕਰਦੇ ਸਭ ਤੋਂ ਪਹਿਲਾਂ ਇਹ ਪੁੱਛਦੇ ਵੀ ਭਾਈ ਤੁਹਾਡੇ ਮੌਸਮ ਦਾ ਕੀ ਹਾਲ ਚਾਲ, ਧੁੱਪ ਨਿਕਲੀ ਕਿ ਨਹੀਂ। ਤੇ ਫਿਰ ਇਹ ਪੁੱਛਿਆ ਜਾਂਦਾ ਵੀ ਤੁਹਾਡੇ ਵਾਲੇ ਪਾਸੇ ਰਾਜਨੀਤਿਕ ਬੱਦਲ ਕਿਹੋ ਜਿਹੇ ਆ, ਰਾਜਨੀਤਿਕ ਧੁੰਦ ਕਿੰਨੀ ਕਾ, ਰਾਜਨੀਤਿਕ ਠਾਰੀ ਕਿੰਨੀ ਕਾ ਜਾਂ ਉਬਾਲ ਕਿੰਨਾ ਕਾ। ਬਾਹਰੋਂ ਜਿਹੜੇ ਵੀ ਸੱਜਣ ਦਾ ਭੈਣ ਵੀਰ ਦਾ ਫੋਨ ਆਉਂਦਾ ਉਹ ਵੀ ਇਹੀ ਪੁੱਛਦਾ, ਬਾਈ ਜੀ ਐਤਕੀ ਪੰਜਾਬ ਦੇ ਵਿੱਚ ਕੀ ਬਣੂ, ਆਪ ਦੀ ਸਰਕਾਰ ਆਜੂ ਕਿ ਨਹੀਂ, ਅਕਾਲੀ ਦਲ ਬਸਪਾ ਗੱਠਜੋੜ ਬਾਜ਼ੀ ਮਾਰ ਜੂ ਕਿ ਨਹੀਂ, ਚੰਨੀ ਹੋਰੀ ਦੁਬਾਰਾ ਫਿਰ ਆ ਜਾਣਗੇ ਕਿ ਨਹੀਂ, ਜਿਹੜੇ ਕਿਸਾਨ ਆਗੂ ਨੇ ਉਹ ਕਿੰਨੀਆਂ ਕੁ ਸੀਟਾਂ ਲੈ ਜਾਣਗੇ। ਇਹ 4-5 ਗੱਲਾਂ ਤਾਂ ਵੱਟ ਦੇ ਉੱਤੇ ਪਈਆਂ ਜਿਹੜੀਆਂ ਪੁੱਛੀਆਂ ਹੀ ਜਾਂਦੀਆਂ। ਪਰ ਗੱਲ ਇਹ ਹੈ ਕਿ ਮਾਲਵੇ ਦੇ ਵਿੱਚ ਸੱਚੀ ਮੁੱਚੀ ਹਾਲ ਦੀ ਘੜੀ ਆਪ ਦੀ ਹਨੇਰੀ ਝੁੱਲ ਰਹੀ ਹੈ। ਕੱਲ੍ਹ ਦਾ ਕੋਈ ਪਤਾ ਨਹੀਂ। ਮੈਂ ਅੱਜ 6-7 ਸਰਵੇਖਣ ਪੜ੍ਹੇ ਆ। ਹਾਲਾਂਕਿ ਮੈਂ ਸਰਵੇਖਣਾਂ ਦੇ ਉੱਤੇ ਅੰਨਾ ਯਕੀਨ ਕਦੇ ਵੀ ਨਹੀਂ ਕਰਦਾ। ਇਹਨਾਂ ਦੇ ਵਿੱਚੋਂ ਕਈ ਉਹੀ ਅਦਾਰੇ ਆ ਜਿਨ੍ਹਾਂ ਨੇ 17 ਦੇ ਵਿੱਚ ਸਰਵੇਖਣ ਕੀਤਾ ਸੀ ਤੇ ਇਹ ਗੱਲ ਕਹੀ ਸੀ ਕਿ ਜਿੱਤ ਆਮ ਆਦਮੀ ਪਾਰਟੀ ਦੀ ਵੱਟ 'ਤੇ ਪਈ ਹੈ। 117 ਦੇ ਵਿੱਚੋਂ 90 ਸੀਟਾਂ ਮਿਲਣਗੀਆਂ। ਕੋਈ ਕਹਿੰਦਾ ਸੀ 70 ਤੋਂ ਲੈ ਕੇ ਤੇ 82 ਤੱਕ ਮਿਲਣਗੀਆਂ। ਕੋਈ ਕਹਿੰਦਾ ਸੀ 60 ਤੋਂ ਲੈ ਕੇ 75 ਤੱਕ ਮਿਲਣਗੀਆਂ। ਪਰ ਮਿਲਿਆ ਕੀ 20। ਇਸ ਕਰਕੇ ਇਹਨਾਂ ਸਰਵੇਖਣਾਂ ਦੇ ਉੱਤੇ ਤਾਂ ਯਕੀਨ ਨਹੀਂ। ਪਰ ਜਿੰਨਾ ਕੁ ਮੈਂ ਆਪ ਮਾਲਵੇ ਦੇ ਵੱਖ-ਵੱਖ ਹਲਕਿਆਂ ਦੇ ਵਿੱਚ ਜਾ ਕੇ ਜਾਂ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਪੁੱਛਿਆ ਜਾਂ ਜਿਨ੍ਹਾਂ ਨੂੰ ਮੈਂ ਫੋਨ ਦੇ ਉੱਤੇ ਪੁੱਛਦਾ ਜਾਂ ਜਿਹੜੇ ਰਿਸ਼ਤੇਦਾਰਾਂ ਦੇ ਨਾਲ ਗੱਲਬਾਤ ਕਰਦਾ, ਉਹ ਇੱਕੋ ਗੱਲ ਕਹਿੰਦੇ ਜੀ ਕਿ ਹਾਲੇ ਤੱਕ ਤਾਂ ਆਮ ਆਦਮੀ ਪਾਰਟੀ ਦੀ ਹਵਾ ਬਹੁਤ ਆ ਮਾਲਵੇ 'ਚ। ਕੱਲ੍ਹ ਨੂੰ ਕੁਝ ਹੋ ਜੇ, ਕੁਛ ਕਹਿ ਨਹੀਂ ਸਕਦੇ। ਪਰ ਕਿਉਂਕਿ ਬਹੁਤ ਵੱਡੀਆਂ ਸਿਆਸੀ ਧਿਰਾਂ ਦੇ ਨਾਲ ਆਪ ਦਾ ਮੱਥਾ ਲੱਗਿਆ ਹੋਇਆ, ਐਤਕੀ ਕੁਝ ਵੀ ਹੋ ਸਕਦਾ। ਮਾਲਵੇ ਦੇ ਵਿੱਚ ਕਈ ਸੀਟਾਂ ਤਾਂ ਮੰਨੀਆਂ ਜਾ ਰਹੀਆਂ ਵੀ ਉੱਥੇ ਰਸਮੀ ਐਲਾਨ ਹੋਣਾ ਬਾਕੀ ਆ ਆਪ ਦੇ ਵੱਲੋਂ। ਪਰ ਗੱਲ ਇਹ ਵੀ ਹੈ ਵੀ ਰਾਜਨੀਤੀ ਦੇ ਵਿੱਚ ਇੱਕ ਜੇਕਰ ਨੁਕਤਾ ਤੁਹਾਡੇ ਖਿਲਾਫ ਦੂਜਿਆਂ ਨੂੰ ਮਿਲ ਜਾਂਦਾ, ਵਿਰੋਧੀਆਂ ਨੂੰ ਮਿਲ ਜਾਂਦਾ, ਤਾਂ ਸਾਰੀ ਦੀ ਸਾਰੀ ਬਾਜ਼ੀ ਪਲਟ ਜਾਂਦੀ ਹੈ। ਮੰਨ ਲਓ ਕੱਲ੍ਹ ਨੂੰ ਆਮ ਆਦਮੀ ਪਾਰਟੀ ਦੀ ਕੋਈ ਇਹੋ ਜਿਹੀ ਗੱਲ ਨਿਕਲ ਕੇ ਬਾਹਰ ਆ ਜਾਂਦੀ ਹੈ ਜਿਹਦੇ ਕਰਕੇ ਰਾਜਨੀਤਿਕ ਲੋਕਾਂ ਦੇ ਹੱਥ ਦੇ ਵਿੱਚ ਮੌਕਾ ਬਹੁਤ ਜ਼ਬਰਦਸਤ ਆ ਜੇ, ਬਹੁਤ ਵੱਡਾ ਆ ਜੇ, ਤਾਂ ਇਹ ਵੀ ਹੋ ਸਕਦਾ ਕਿ ਜੋ ਬਾਜ਼ੀ ਜਿੱਤੀ ਦਿਸਦੀ ਹੈ ਇਹ ਹਾਰ ਦੇ ਵਿੱਚ ਵੀ ਬਦਲ ਜੇ। ਇਹ ਵੀ ਹੋ ਸਕਦਾ ਜਿਹੜੀ ਚੜ੍ਹਾਈ ਹੈ ਇਹ ਉਤਰਾਈ ਦੇ ਵਿੱਚ ਤਬਦੀਲ ਹੋ ਜੇ। ਪਰ ਜਿੱਥੇ ਵੀ ਗੱਲ ਕਰਦੇ ਹਾਲੇ ਤੱਕ ਮਾਲਵੇ ਦੀਆਂ 69 ਸੀਟਾਂ ਦੇ ਵਿੱਚੋਂ 40 ਦੇ ਕਰੀਬ ਇਹੋ ਜਿਹੀਆਂ ਸੀਟਾਂ ਉੱਥੇ ਇੱਕੋ ਗੱਲ ਕਹੀ ਜਾਂਦੀ ਹੈ ਜੀ ਕਿ ਕਾਂਗਰਸ ਦੇ ਨਾਲ ਮੁਕਾਬਲਾ ਆਪ ਦਾ, ਅਕਾਲੀ ਦਲ ਦੇ ਨਾਲ ਮੁਕਾਬਲਾ ਆਪ ਦਾ ਮੁਕਾਬਲਾ ਫਲਾਣੇ ਨਾਲ ਆ, ਆਪ ਦਾ ਮੁਕਾਬਲਾ ਫਲਾਣੇ ਨਾਲ ਆ। ਬਹੁਤੀਆਂ ਸੀਟਾਂ ਦੇ ਉੱਤੇ ਆਪ ਤੀਜੇ ਨੰਬਰ ਦੇ ਉੱਤੇ ਨਹੀਂ, ਕਿਸੇ ਤੇ ਪਹਿਲੇ ਤੇ ਕਿਸੇ ਤੇ ਦੂਜੇ ਨੰਬਰ ਦੇ ਉੱਤੇ ਆ। ਇਹਦੇ ਵਿੱਚ ਕੋਈ ਉਲਾਰਵਾਦੀ ਸੋਚ ਨਹੀਂ ਆ। ਮੈਂ ਫਿਰ ਇਹ ਗੱਲ ਕਹਿਣਾ ਕਿ ਕੁਝ ਵੀ ਹੋ ਸਕਦਾ।
ਅੱਜ ਤੱਕ ਦੀ ਗੱਲ ਹੈ, ਕੱਲ੍ਹ ਨੂੰ ਕੀ ਹੋ ਜਾਏ ਕੁਝ ਪਤਾ ਨਹੀਂ ਗਾ। ਕਿਉਂਕਿ ਕਈ ਵਾਰੀ ਬੰਦੇ ਕਹਿ ਦਿੰਦੇ ਆ ਇਹਨਾਂ ਨੂੰ ਜੀ ਲੱਗਦਾ ਕਿ ਆਪ ਵਾਲਿਆਂ ਦੇ ਨਾਲ ਠੀਕ ਆ, ਕੋਈ ਕਹਿੰਦਾ ਨਹੀਂ ਜਿਹੜੀ ਅਕਾਲੀ ਦਲ ਦੇ ਨਾਲ ਠੀਕ ਆ, ਕੋਈ ਕਹਿੰਦਾ ਨਹੀਂ ਕਾਂਗਰਸ ਦੀ ਸਰਕਾਰ ਇਹ ਚਾਹੁੰਦੇ ਹੋਣੇ ਆ। ਅਸੀਂ ਨਹੀਂ ਚਾਹੁੰਦੇ ਕੁਛ ਵੀ। ਲੋਕਾਂ ਨੇ ਵੋਟ ਪਾਉਣੀ ਆ, ਲੋਕਾਂ ਦੀ ਇੱਛਾ, ਲੋਕਾਂ ਨੇ ਕਿਹਨੂੰ ਚੁਣਨਾ ਉਹਦੀ ਮਰਜ਼ੀ ਹੈ। ਪਰ ਸਿਰਫ ਤੇ ਸਿਰਫ ਇੱਕ ਨਾ ਧਾਰਨਾ ਬਣਾ ਕੇ ਵੀ ਭਾਈ ਉਹਦੇ ਖਿਲਾਫ ਕਹਿਤਾ, ਉਹਦੇ ਖਿਲਾਫ ਗੱਲ ਇਹ ਨਹੀਂ। ਗੱਲ ਇਹ ਆ ਕਿ ਲੋਕਾਂ ਦੇ ਵਿਚਾਰ ਲੈ ਕੇ ਤੁਸੀਂ ਸੰਗ੍ਰਹਿ ਕੀ ਪੇਸ਼ ਕਰਦੇ ਆ। ਗੱਲ ਇਹ ਆ ਕਿ ਜੋ 17 ਦੇ ਵਿੱਚ ਹੋਇਆ ਕਿ ਉਹ ਉਵੇਂ ਹੈ। ਇਹ ਵੀ ਗੱਲ ਸੱਚੀ ਹੈ ਵੀ ਪਹਿਲਾਂ ਵਾਂਗ 17 ਦੇ ਵਾਂਗ ਅੱਜ ਰੈਲੀਆਂ ਨਹੀਂ ਹੋ ਰਹੀਆਂ, 17 ਦੇ ਵਾਂਗ ਅੱਜ ਰੋਡ ਸ਼ੋਅ ਨਹੀਂ ਹੋ ਰਹੇ, 17 ਦੇ ਵਾਂਗ ਅੱਜ ਜਾਗੋ ਨਹੀਂ ਨਿਕਲ ਰਹੀਆਂ ਆਮ ਆਦਮੀ ਪਾਰਟੀ ਦੀਆਂ, 17 ਦੇ ਵਾਂਗ ਅੱਜ ਕ੍ਰਾਂਤੀਕਾਰੀ ਗੀਤਾਂ ਦੇ ਨਾਲ ਝਾੜੂ ਚੱਕ ਕੇ ਨੌਜਵਾਨ ਮੁੰਡੇ ਕੁੜੀਆਂ ਨਹੀਂ ਫਿਰ ਰਹੇ ਗਲੀਆਂ ਮੁਹੱਲਿਆਂ 'ਚ। ਪਰ ਇਸ ਦੇ ਬਾਵਜੂਦ ਸਾਇਲੈਂਟ ਵੋਟ ਆ ਜਿਹੜੀ ਪੰਜਾਬ ਦੀ, ਉਹ ਕੋਈ ਵੀ ਚਮਤਕਾਰ ਕਰਕੇ ਦਿਖਾ ਸਕਦੀ ਹੈ। ਸਾਇਲੈਂਟ ਵੋਟ ਆ ਜਿਹੜੀ ਪੰਜਾਬ ਦੀ, ਉਹ ਕਿਸੇ ਵੀ ਪਾਸੇ ਦਾ ਰੁਖ ਬਦਲ ਸਕਦੀ ਹੈ। ਸਾਇਲੈਂਟ ਵੋਟ ਨੇ ਵੱਡੇ ਵੱਡੇ ਨੇਤਾਵਾਂ ਨੂੰ ਐਤਕੀ ਫਿਕਰਾਂ ਦੇ ਵਿੱਚ ਪਾਇਆ ਹੋਇਆ। ਸਾਇਲੈਂਟ ਵੋਟ ਆ ਜਿਹੜੀ ਉਹ ਕਈਆਂ ਦੀਆਂ ਦੰਦਲਾਂ ਪਵਾ ਰਹੀ ਹੈ। ਸੋ ਬਹੁਤ ਕੁਝ ਐਤਕੀ ਹੋਣ ਦੀ ਆਸ ਹੈ। ਜੇਕਰ 12 ਦਿਨ ਦੇ ਵਿੱਚ ਕੋਈ ਬਹੁਤ ਵੱਡੀ ਬਾਜ਼ੀ ਨਾ ਪਲਟੀ ਗਈ ਤਾਂ ਸੰਭਵ ਹੈ ਕਿ ਕੋਈ ਚਮਤਕਾਰੀ ਨਤੀਜਾ ਆਵੇ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।